ਮੁਗਲ ਸਰਕਾਰ ਵੱਲੋਂ ਖਾਲਸਾ ਪੰਥ ਨਾਲ ਸੁਲ੍ਹਾ ਕਰਨੀ ਅਤੇ ਸਰਦਾਰ ਕਪੂਰ ਸਿੰਘ ਨੂੰ ਨਵਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਕਰੀਆ ਖਾਨ ਬਹਾਦਰ ਸਿੰਘਾਂ ਵਿਰੁੱਧ ਸਾਰਾ ਤਾਣ ਲਾ ਹਟਿਆ ਅਤੇ ਸਿੰਘ ਘਟਣ ਦੀ ਥਾਂ ਵੱਧਦੇ ਗਏ ਤਾਂ ਤਲਵਾਰ ਦਾ ਰਾਹ ਛੱਡ ਕੇ ਸੁਲ੍ਹਾ ਦੀ ਸੋਚੀ। ਉਸ ਨੂੰ ਯਕੀਨ ਹੋ ਗਿਆ ਸੀ ਕਿ ਮੁਲਕ ਤਾਂ ਹੀ ਵਸੇਗਾ ਜੇ ਸਿੰਘ ਵਸਣ ਦੇਣਗੇ। ਫੌਜ ਦੇ ਆਸਰੇ ਸਦਾ ਅਮਨ ਅਮਾਨ ਬਣਿਆ ਨਹੀਂ ਰਹਿਣਾ। ਸੋਚ ਵਿਚਾਰ ਕੇ ਸਿੰਘਾਂ ਨੂੰ ਗੁਜ਼ਾਰੇ ਲਈ ਜ਼ਗੀਰ ਆਦਿ ਦੇ ਕੇ ਸੁਲ੍ਹਾ ਸਫਾਈ ਕਰ ਲੈਣ ਦੀ ਅਰਜ਼ੀ ਲਿਖ ਕੇ ਆਪਣੇ ਵਕੀਲ ਰਾਹੀਂ ਬਾਦਸ਼ਾਹ ਪਾਸ ਦਿੱਲੀ ਭੇਜੀ। ਬੜੇ ਜ਼ੋਰਦਾਰ ਸ਼ਬਦਾਂ ਵਿੱਚ ਲਿਖਿਆ ਕਿ 6 ਸਾਲ ਤੱਕ ਮੈਂ ਇਹਨਾਂ ਸਿੱਖਾਂ ਦੇ ਆਹੂ ਲਾ ਛੱਡੇ ਹਨ। ਬੱਚੇ, ਜਵਾਨ, ਬੁੱਢੇ ਜੋ ਹੱਥ ਆਇਆ ਮੌਤ ਦੇ ਘਾਟ ਉਤਾਰ ਦਿੱਤਾ। ਫਸਲਾਂ ਤੇ ਘਰ-ਬਾਰ ਸਾੜ ਫੂਕ ਦਿੱਤੇ, ਸਿਰਾਂ ਦੇ ਇਨਾਮ ਦਿੱਤੇ। ਕਿਧਰੇ ਕੋਈ ਸਿੱਖ ਨਜ਼ਰ ਨਹੀਂ ਸੀ ਆਉਂਦਾ। ਪਤਾ ਨਹੀਂ ਰਾਤ ਨੂੰ ਕਿਸ ਅਸਮਾਨ ਤੋਂ ਉਤਰ ਆਉਂਦੇ ਹਨ ਕਿ ਚਾਰ ਚੁਫੇਰੇ ਹਾਹਾਕਾਰ ਮਚ ਜਾਂਦੀ ਹੈ। ਫੌਜ ਮਗਰ ਪਵੇ ਤਾਂ ਅੱਗੋਂ ਕੋਈ ਨਜ਼ਰ ਨਹੀਂ ਆਉਂਦਾ। ਲੱਗਦਾ ਕਿ ਅੱਲਾਹ ਪਾਕ ਆਪ ਇਹਨਾਂ ਦੀ ਮਦਦ ਤੇ ਹੈ। ਅੱਲਾਹ ਪਾਕ ਵਿਰੁੱਧ ਸਾਡੀ ਫੌਜ ਕਿਵੇਂ ਪੁੱਗ ਸਕਦੀ ਹੈ? ਖਜ਼ਾਨੇ ਖਾਲੀ ਹੋ ਗਏ ਹਨ। ਫੌਜ ਇਹਨਾਂ ਮਗਰ ਪੈ ਕੇ ਲੜ ਮਰ ਕੇ ਹਫ ਗਈ ਹੈ। ਉਲਟਾ ਸਾਡਾ ਨੁਕਸਾਨ ਹੁੰਦਾ ਜਾ ਰਿਹਾ ਹੈ। ਇਹਨਾਂ ਦਾ ਕੁਝ ਨਹੀਂ ਵਿਗੜਿਆ, ਸਗੋਂ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਕੁਝ ਨਾ ਰਿਹਾ ਤਾਂ ਫਿਰ ਇਹ ਦਿੱਲੀ ਵੱਲ ਹੀ ਵਾਗਾਂ ਮੋੜਨਗੇ। ਬਾਦਸ਼ਾਹ ਸਲਾਮਤ ਸਮਾਂ ਨਾ ਗਵਾਉਣ, ਪਹਿਲਾਂ ਹੀ ਪੇਸ਼ਬੰਦੀ ਕਰ ਲੈਣ। ਫੌਜਾਂ ਨਾਲ ਨਹੀਂ ਸਗੋਂ ਸੁਲ੍ਹਾ ਕਰਕੇ। ਮੇਰੀ ਨਜ਼ਰ ਵਿੱਚ ਹੋਰ ਕੋਈ ਚਾਰਾ ਨਹੀਂ। ਇਸ ਵਿੱਚ ਦੇਰ ਨਾ ਲਾਈ ਜਾਵੇ, ਸਗੋਂ ਜਿੰਨੀ ਜਲਦੀ ਹੋ ਸਕੇ ਕੀਤਾ ਜਾਵੇ। ਇਸੇ ਵਿੱਚ ਭਲਾ ਹੈ। ਮੇਰੀ ਸਲਾਹ ਹੈ ਕਿ ਇਹਨਾਂ ਨੂੰ ਪਹਿਲਾਂ ਵਾਂਗ ਜ਼ਗੀਰ, ਜਿਸ ਨਾਲ ਇਹਨਾਂ ਦਾ ਖਰਚ ਚੱਲ ਸਕੇ, ਦੇ ਕੇ ਟਿਕਾ ਲਿਆ ਜਾਵੇ। ਮੁਲਕ ਵਸਦਾ ਰਹੇਗਾ। ਜੇ ਜਾਗੀਰ ਆਦਿ ਤੋਂ ਇਹਨਾਂ ਵਿੱਚ ਆਪਸੀ ਫੁੱਟ ਪੈ ਗਈ ਤਾਂ ਫੜ ਕੇ ਅਸੀਂ ਮਾਰ ਲਵਾਂਗੇ। ਆਪਸ ਵਿੱਚ ਪਾਟੋ ਲੀਰ ਹੋਇਆਂ ਨੂੰ ਮਾਰਨਾ ਬਹੁਤਾ ਔਖਾ ਨਹੀਂ। ਜੇ ਇਹਨਾਂ ਵਿੱਚ ਇਕੱਠ ਕਾਇਮ ਰਹੇ ਤਾਂ ਫਿਰ ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ ਖਤਮ ਨਹੀਂ ਕਰ ਸਕਦੀ। ਮੇਰਾ ਤੇ ਅੱਬਾ ਹਜ਼ੂਰ ਅਬਦੁਸ ਸਮਦ ਖਾਂ, ਲਾਹੌਰ ਦਾ ਪਹਿਲਾ ਗਵਰਨਰ, ਦਾ ਇਹੋ ਤਜਰਬਾ ਹੈ। ਬਾਦਸ਼ਾਹ ਸਲਾਮਤ, ਇਹ ਜੰਗਲ ਦੀ ਅੱਗ ਹੈ। ਛੇਤੀ ਨਾਲ ਇਸ ਨੂੰ ਪੰਜਾਬ ਵਿੱਚ ਹੀ ਰੋਕ ਕੇ ਠੰਡਾ ਕਰ ਲਓ, ਨਹੀਂ ਤਾਂ ਆਪਾਂ ਸਭ ਇਸ ਵਿੱਚ ਭੁੱਜ ਮਰਾਂਗੇ। ਮੁਹੰਮਦ ਸ਼ਾਹ ਰੰਗੀਲਾ ਬੜੀ ਕਮਜ਼ੋਰ ਬਿਰਤੀ ਦਾ ਆਦਮੀ ਸੀ। 7 ਸਾਲ ਨਜ਼ਰਬੰਦ ਰਿਹਾ ਤੇ ਉਹ ਉੱਚੀ ਵਿਦਿਆ ਪ੍ਰਾਪਤ ਨਾ ਕਰ ਸਕਿਆ, ਜਿਸ ਦੀ ਤਖਤ ਤਾਜ ਦੇ ਮਾਲਕ ਨੂੰ ਅਤੀ ਲੋੜ ਹੁੰਦੀ ਹੈ। ਇਹ ਜਨਾਨਖਾਨੇ ਵਿੱਚ ਹੀ ਪਲਿਆ ਤੇ ਜਨਾਨੀਆਂ ਵਾਲੇ ਡਰਾਕਲ ਸੁਭਾਅ ਦਾ ਹੀ ਸੀ। ਪੱਕਾ ਅਫੀਮੀ ਤੇ ਹਰ ਵਿੱਚ ਮਹਿਲਾਂ ਵਿੱਚ ਹੀ ਵੜਿਆ ਰਹਿੰਦਾ ਸੀ। ਡੂਮਾਂ, ਭੰਡਾਂ ਤੇ ਮਸਕਰਿਆਂ ਵਿੱਚ ਹੀ ਖੁਸ਼ ਰਹਿੰਦਾ। ਇਹ ਲੋਕ ਹੀ ਇਸ ਦੁਆਲੇ ਝੁਰਮਟ ਪਾਈ ਰੱਖਦੇ। ਵੱਡੇ ਵੱਡੇ ਸ਼ਾਹੀ ਅਹੁਦਿਆਂ ਤੇ ਇਹ ਡੂਮ, ਭੰਡ ਤੇ ਸ਼ੋਧੀ ਕਿਸਮ ਦੇ ਲੋਕ ਲਾ ਦਿੱਤੇ। ਸਿਆਣੇ ਤਜਰਬਾਕਾਰ ਤੇ ਹਕੂਮਤ ਦੇ ਸੱਚੇ ਖੈਰਗਾਹ ਪਾਸੇ ਹੋ ਕੇ ਘਰੀਂ ਬੈਠ ਗਏ। ਸ਼ਾਹੀ ਦਰਬਾਰ ਹਾਸੇ ਠੱਠੇ ਤੇ ਹਿਜੜਿਆਂ ਦੀ ਧਮਾ ਚੌਂਕੜੀ ਦਾ ਅਖਾੜਾ ਬਣ ਕੇ ਰਹਿ ਗਿਆ। ਭਲਾ ਅਮਲੀ ਜਾਂ ਨਸ਼ਈ ਵੀ ਕਿਸੇ ਕੰਮ ਵਿੱਚ ਪੁੱਗ ਸਕਦੇ ਹਨ। ਫਿਰ ਬਾਦਸ਼ਾਹੀ ਚਲਾਉਣੀ ਤਾਂ ਬਹੁਤ ਹੀ ਔਖੀ ਘਾਟੀ ਹੈ। ਬਾਦਸ਼ਾਹ ਨੂੰ ਆਪਣੇ ਨਸ਼ੇ ਤੇ ਰੰਗ ਤਮਾਸ਼ੇ ਨਾਲ ਹੀ ਗਰਜ ਸੀ। ਮੁਲਕ ਭੱਠ ਪਵੇ। ਸੱਚੀ ਗੱਲ ਤਾਂ ਇਹ ਹੈ ਕਿ ਇਹ ਆਦਮੀ ਬਾਦਸ਼ਾਹਤ ਦੇ ਲਾਇਕ ਹੀ ਨਹੀਂ ਸੀ। ਅਰਜ਼ੀ ਵਿੱਚ ਜ਼ਕਰੀਆ ਖਾਨ ਨੇ ਇੱਕ ਹੋਰ ਫਾਨਾ ਵੀ ਲਾਇਆ ਸੀ। ਉਸ ਨੇ ਕਿਹਾ ਕਿ ਨਾਦਰ ਸ਼ਾਹ ਈਰਾਨ ਉੱਤੇ ਕਬਜ਼ਾ ਕਰ ਚੁੱਕਾ ਹੈ। ਅਜੇ ਤਾਂ ਉਹ ਆਪਣੇ ਘਰੋਗੀ ਝੰਬੇਲਿਆਂ ਨੂੰ ਨਜਿੱਠਣ ਵਿੱਚ ਰੁੱਝਾ ਹੈ। ਜਦ ਉਧਰੋਂ ਵਿਹਲਾ ਹੋ ਗਿਆ ਤਾਂ ਆਪਣੀ ਤਾਕਤ ਲੋੜੀਂਦੀ ਵਧਾ ਲਈ ਤਾਂ ਉਹ ਲਾਜ਼ਮੀ ਹਿੰਦੁਸਤਾਨ ਤੇ ਹਮਲਾ ਕਰੇਗਾ। ਜੇ ਆਇਆ ਤਾਂ ਉਸ ਵੇਲੇ ਵੈਰੀ ਦੀ ਬਾਹ ਨਾਲ ਸੱਪ ਮਾਰਨ ਵਾਂਗ ਸਿੱਖਾਂ ਨੂੰ ਉਸ ਅੱਗੇ ਝੋਕ ਦਿਆਂਗੇ। ਜਿਸ ਤਰ੍ਹਾਂ ਵੀ ਹੋ ਸਕੇ ਇਸ ਜੰਗਜੂ ਕੌਮ ਨੂੰ ਆਪਣਾ ਹਮਾਇਤੀ ਬਣਾ ਕੇ ਰੱਖਣਾ ਚਾਹੀਦਾ ਹੈ। ਨਾਦਰ ਸ਼ਾਹ ਅੱਗੇ ਹੋਰ ਕਿਸੇ ਨਹੀਂ ਖੜੇ ਹੋਣਾ, ਸਿਰਫ ਇਹੋ ਅੜਨਗੇ।
ਅੱਗੇ ਹਜ਼ੂਰ ਦੀ ਮਰਜ਼ੀ ਹੈ, ਹੋਣਾ ਤਾਂ ਉਹ ਹੈ ਜਿਸ ਦਾ ਆਪ ਵੱਲੋਂ ਹੁਕਮ ਹੋਵੇਗਾ। ਜ਼ਕਰੀਆ ਖਾਨ ਦੀ ਚਿੱਠੀ ਪੜ੍ਹ ਕੇ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਦੀ ਸਲਾਹ ਪੁੱਛੀ। ਸਿੰਘਾਂ ਦੇ ਹੱਠ, ਸਿਰੜ, ਨਿਰਭੈਤਾ, ਯੁੱਧ ਸ਼ਕਤੀ ਤੇ ਮੌਤ ਨਾਲ ਮਖੌਲ ਕਰਨ ਦੇ ਕਿੱਸੇ ਤਾਂ ਸ੍ਰੀ ਆਨੰਦਪੁਰ ਸਾਹਿਬ ਦੇ ਯੁੱਧਾਂ ਸਮੇਂ ਤੋਂ ਹੀ ਹਰ ਛੋਟੇ ਵੱਡੇ ਦੀ ਜ਼ੁਬਾਨ ਤੇ ਸਨ। ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਨੂੰ ਯਾਦ ਕਰਕੇ ਤਾਂ ਅੱਜ ਵੀ ਖੱਬੀ ਖਾਨਾਂ ਦੀ ਰੂਹ ਕੰਬ ਉੱਠਦੀ ਸੀ। ਸਿੰਘਾਂ ਦੀ ਤਾਕਤ ਦਾ ਸਾਰਿਆਂ ਨੂੰ ਅਨੁਭਵ ਸੀ। ਉਹ ਸਾਰੇ ਸਿੰਘਾਂ ਦੀ ਤਾਕਤ ਦਾ ਚਮਤਕਾਰ ਬਾਦਸ਼ਾਹ ਨੂੰ ਅੱਖੀਂ ਦਿਖਾਉਣਾ ਚਾਹੁੰਦੇ ਸਨ। ਨਾਲ ਹੀ ਰੰਗ ਤਮਾਸ਼ਾ ਵੀ ਹੋ ਜਾਵੇਗਾ, ਕਿਉਂਕਿ ਜੈਸਾ ਬਾਦਸ਼ਾਹ ਤੈਸੇ ਉਸ ਦੇ ਸਲਾਹਕਾਰ। ਬਾਦਸ਼ਾਹ ਦੀ ਪੁੱਛ ਦੇ ਜਵਾਬ ਵਿੱਚ ਕਿਹਾ ਕਿ ਹਜੂਰ, ਹੱਥ ਨੂੰ ਕੰਗਣ ਤਾਂ ਆਰਸੀ ਕੀ, ਸਿੱਖਾਂ ਦੀ ਭੰਡਾਂ ਪਾਸੋਂ ਨਕਲ ਕਰਵਾ ਕੇ ਆਪ ਵੇਖ ਲਓ ਕਿ ਇਹ ਲੋਕ ਕਿਸ ਮਿੱਟੀ ਦੇ ਬਣੇ ਹਨ ਤੇ ਕੀ ਕੁਝ ਕਰ ਗੁਜ਼ਰਨ ਦੀ ਸਮਰੱਥਾ ਰੱਖਦੇ ਹਨ। ਸੋ ਝੱਟ ਹੁਕਮ ਹੋਇਆ। ਭੰਡਾਂ ਨੇ ਐਸੀ ਢੁਕਵੀਂ ਨਕਲ ਕੀਤੀ ਕਿ ਬਾਦਸ਼ਾਹ ਅੱਛ-ਅੱਛ ਕਰ ਉੱਠਿਆ। ਦਰਬਾਰ ਵਿੱਚ ਹੀ ਵਾਹ-ਵਾਹ ਕਰਦਾ ਹੋਇਆ ਕਹਿਣ ਲੱਗਾ ਕਿ ਜਿਨ੍ਹਾਂ ਦੀ ਨਕਲ ਇਹ ਹੈ, ਅਸਲੀ ਕੀ ਹੋਣਗੇ। ਸੋ ਇਸ ਨਕਲ ਦਾ ਬਾਦਸ਼ਾਹ ਦੇ ਦਿਲ ਤੇ ਬੜਾ ਡੂੰਘਾ ਅਸਰ ਹੋਇਆ। ਉਸ ਨੇ ਜ਼ਕਰੀਆ ਖਾਨ ਨੂੰ ਲਿਖਤੀ ਆਗਿਆ ਭੇਜ ਦਿੱਤੀ ਕਿ ਸਿੰਘਾਂ ਨੂੰ ਜਾਗੀਰ ਨਾਲ ਖੁਸ਼ ਕਰਕੇ ਆਪਣੇ ਨਾਲ ਰੱਖਿਆ ਜਾਵੇ। 1 ਲੱਖ ਦੀ ਜਾਗੀਰ, 1 ਖਿਲਤ ਤੇ ਨਵਾਬੀ ਦਾ ਬਹੁਤ ਕੀਮਤੀ ਖਿਤਾਬ ਖਾਲਸਾ ਪੰਥ ਨੂੰ ਬਾਦਸ਼ਾਹ ਵੱਲੋਂ ਖਾਨ ਬਹਾਦਰ ਪਾਸ ਭੇਜਿਆ ਗਿਆ। ਖਾਨ ਬਹਾਦਰ ਨੇ ਸਰਦਾਰ ਸੁਬੇਗ ਸਿੰਘ ਜ਼ੰਬਰ ਨੂੰ ਆਪਣਾ ਵਕੀਲ ਬਣਾ ਕੇ ਉਹ ਖਿਲਤ, ਖਿਤਾਬ, ਜਾਗੀਰ ਦੀ ਸਨਦ ਆਦਿ ਦੇ ਕੇ ਵੈਸਾਖ ਸੰਮਤ 1790 ਬਿਕਰਮੀ ਈਸਵੀ 1733 ਨੂੰ ਸਿੰਘਾਂ ਪਾਸ ਭੇਜਿਆ। ਨਾਲ ਇਹ ਬੇਨਤੀ ਕੀਤੀ ਕਿ ਇਹ ਜਾਗੀਰ ਲੈ ਕੇ ਹੁਣ ਕੋਈ ਸਿੰਘ ਲੁੱਟ ਮਾਰ ਨਾ ਕਰੇ। ਵਿਸਾਖੀ ਮਨਾਉਣ ਲਈ ਸਿੰਘ ਸ੍ਰੀ ਅੰਮ੍ਰਿਤਸਰ ਇਕੱਠੇ ਹੋਏ ਸਨ। ਖਿਲਤ ਤੇ ਨਵਾਬੀ ਦੀ ਸਨਦ ਆਦਿ ਲੈ ਕੇ ਸਰਦਾਰ ਸੁਬੇਗ ਸਿੰਘ ਜ਼ੰਬਰ ਸਿੰਘਾਂ ਪਾਸ ਪਹੁੰਚਿਆ। ਪਹਿਲਾਂ ਉਸ ਨੂੰ ਤਨਖਾਹ ਲਾਈ ਗਈ ਕਿ ਉਹ ਜ਼ਕਰੀਆ ਖਾਨ ਵਰਗੇ ਜਾਬਰ ਹਾਕਮ, ਜੋ ਮੁਗਲਾਂ ਦੇ ਪੰਜਾਬ ਵਿੱਚ ਰਾਜ ਦਾ ਥੰਮ ਹੈ, ਦਾ ਮਿਲਾਪੀ ਹੈ। ਉਹ ਪੰਥ ਦਾ ਵੈਰੀ ਹੈ। ਉਸ ਦੇ ਮਿਲਾਪੀ ਜਾਂ ਸਾਂਝ ਰੱਖਣ ਵਾਲੇ ਵੀ ਸਾਡੇ ਦੁਸ਼ਮਣ ਹਨ। ਲਾਈ ਤਨਖਾਹ ਉਸ ਨੇ ਸਿਰ ਨਿਵਾ ਕੇ ਕਬੂਲ ਕੀਤੀ ਤੇ ਉਸੇ ਵੇਲੇ ਹਾਜ਼ਰ ਕਰ ਦਿੱਤੀ। ਨਾਲ ਹੀ 5000 ਜੋ ਖਾਨ ਬਹਾਦਰ ਨੇ ਦੇਗ ਲਈ ਭੇਟਾ ਭੇਜੀ ਸੀ, ਨਿਮਰਤਾ ਨਾਲ ਅੱਗੇ ਢੇਰੀ ਕਰ ਦਿੱਤਾ। ਫਿਰ ਸਰਦਾਰ ਸੁਬੇਗ ਸਿੰਘ ਨੇ ਆਪਣੇ ਆਉਣ ਦਾ ਮੁੱਦਾ ਦੱਸਿਆ। ਬਾਦਸ਼ਾਹ ਵੱਲੋਂ ਨਵਾਬੀ ਦੇ ਖਿਤਾਬ ਦੀ ਸਨਦ ਤੇ ਖਿਲਤ ਆਦਿ 1 ਲੱਖ ਦੀ ਜਾਗੀਰ ਸਿੰਘਾਂ ਦੇ ਗੁਜ਼ਾਰੇ ਲਈ 19 ਪਿੰਡ ਦਰਬਾਰ ਸਾਹਿਬ ਨੂੰ ਭੇਟ ਕੀਤੇ ਗਏ ਸਨ। ਉਹਨਾਂ ਦੀ ਖਿਲਤ ਪੇਸ਼ ਹੋਈ। ਜਾਗੀਰ ਵਿੱਚ ਦਿੱਤੇ ਜਾਣ ਵਾਲੇ ਪਿੰਡ ਸਨ ਝਬਾਲ, ਦਿਆਲਪੁਰ ਤੇ ਕੰਗਣਪੁਰ। ਪਾਕ ਪੱਟਣ ਲੱਗੇ। ਇਹ ਪਿਛਲੇ ਦੋਵੇਂ ਪਿੰਡ ਦਿਆਲਪੁਰ ਤੇ ਕੰਗਣਪੁਰ ਬੜੇ ਤਗੜੇ ਕਸਬੇ ਹਨ, ਹੁਣ ਪਾਕਿਸਤਾਨ ਵਿੱਚ ਹਨ। ਪੰਥ ਵਿੱਚ ਉਸ ਵੇਲੇ ਨਾਮਵਰ ਤੇ ਮੁਖੀ ਸਿੰਘ ਇਹ ਸਨ: ਦੀਵਾਨ ਦਰਬਾਰਾ ਸਿੰਘ, ਕਪੂਰ ਸਿੰਘ, ਦੀਪ ਸਿੰਘ ਸ਼ਹੀਦ, ਆਰਾਮ ਸਿੰਘ, ਦੇਵਾ ਸਿੰਘ, ਈਸ਼ਰ ਸਿੰਘ, ਜੱਸਾ ਸਿੰਘ ਰਾਮਗੜੀਆ, ਹਰੀ ਸਿੰਘ ਹਜ਼ੂਰੀ, ਕਰਮ ਸਿੰਘ, ਬੁੱਢਾ ਸਿੰਘ ਸ਼ੁਕਰਚੱਕੀਆ, ਗਰਜਾ ਸਿੰਘ ਆਦਿਕ ਛੋਟੇ ਵੱਡੇ ਜਥੇਦਾਰਾਂ ਦੀ ਗਿਣਤੀ 32 ਸੀ। ਉਹ ਚਾਂਦੀ ਦੀ ਵੱਡੀ ਸਾਰੀ ਕਿਸ਼ਤੀ ਜਾਂ ਇੱਕ ਕਿਸਮ ਦਾ ਵੱਡਾ ਸਾਰਾ ਥਾਲ ਅਰਧ ਦਾਇਰੇ ਦੀ ਸ਼ਕਲ ਵਿੱਚ ਬੈਠੇ ਸਰਦਾਰਾਂ ਮੂਹਰੇ ਰੱਖ ਕੇ ਸੁਬੇਗ ਸਿੰਘ ਨੇ ਕੁਝ ਇਸ ਤਰ੍ਹਾਂ ਬੇਨਤੀ ਕੀਤੀ: ਦਿੱਲੀ ਤੇ ਲਾਹੌਰ ਦੀ ਮੁਗਲ ਸਰਕਾਰ ਪੰਥ ਨਾਲ ਸੁਲ੍ਹਾ ਕਰਨੀ ਚਾਹੁੰਦੀ ਹੈ। ਉਹਨਾਂ ਬੜੇ ਸਤਿਕਾਰ ਨਾਲ ਪੰਥ ਵਾਸਤੇ 1 ਲੱਖ ਰੁਪਏ ਦੀ ਜਾਗੀਰ, ਖਿਲਤ ਤੇ ਨਵਾਬੀ ਦਾ ਖਿਤਾਬ ਭੇਜਿਆ ਹੈ। ਪੰਥ ਉਦਾਰ ਚਿੱਤ ਹੋ ਕੇ ਕਿਰਪਾ ਕਰਕੇ ਇਸ ਭੇਟਾ ਨੂੰ ਪ੍ਰਵਾਨ ਕਰੇ। ਸੁਲ੍ਹਾ ਦੀ ਦਰਖਾਸਤ ਮਨਜ਼ੂਰ ਕੀਤੀ ਜਾਵੇ। ਉਸ ਵੇਲੇ ਦੀਵਾਨ ਦਾ ਜਥੇਦਾਰ ਸਰਦਾਰ ਦਰਬਾਰਾ ਸਿੰਘ ਸੀ, ਜਿਸ ਨੂੰ ਸਾਰੇ ਪੰਥ ਵਿੱਚ ਸਿਰਮੌਰ ਹਸਤੀ ਮੰਨਿਆ ਜਾਂਦਾ ਸੀ। ਉਹਨੇ ਪੰਥ ਦੇ ਬਾਕੀ ਸਰਦਾਰਾਂ ਤੋਂ ਰਾਏ ਪੁੱਛੀ। ਬਹੁ ਗਿਣਤੀ ਨੇ ਅਪਰਵਾਨਗੀ ਦੀ ਸਲਾਹ ਦਿੱਤੀ। ਦੀਵਾਨ ਦਰਬਾਰਾ ਸਿੰਘ ਨੇ ਕਿਹਾ, ਤੁਰਕਾਂ ਵੱਲੋਂ ਭੇਜੀ ਕੋਈ ਵੀ ਚੀਜ਼ ਪੰਥ ਪ੍ਰਵਾਨ ਨਹੀਂ ਕਰੇਗਾ। ਜੋ ਲਵਾਂਗੇ ਤੇਗ ਦੇ ਜ਼ੋਰ ਲਵਾਂਗੇ। ਅਸੀਂ ਤਾਂ ਗੁਰੂ ਮਹਾਰਾਜ ਦੇ ਬਚਨ ਅਨੁਸਾਰ ਹੰਨੇ ਹੰਨੇ ਕਾਠੀ ਕਾਠੀ ਰਾਜ ਕਾਇਮ ਕਰਨਾ ਹੈ।
ਬਾਦਸ਼ਾਹੀ ਛੱਡ ਕੇ ਨਵਾਬੀ ਖਰਾਬੀ ਕਿਉਂ ਲਈਏ। ਵਕੀਲ ਨੇ ਬਹੁਤ ਕੁਝ ਸਮਝਾ ਕੇ ਫੇਰ ਬੇਨਤੀ ਕੀਤੀ ਕਿ ਨੈਤਿਕਤਾ ਤੇ ਰਾਜਨੀਤੀ ਮੰਗ ਕਰਦੀ ਹੈ ਕਿ ਨਿਉਂ ਕਿ ਜੋ ਚੀਜ਼ ਘਰ ਲੈ ਕੇ ਆਇਆ ਹੈ ਉਸ ਨੂੰ ਮੋੜਿਆ ਨਾ ਜਾਏ। ਸੁਲ੍ਹਾ ਵਾਸਤੇ ਖਾਲਸਾ ਪੰਥ ਨੇ ਦਰਖਾਸਤ ਨਹੀਂ ਕੀਤੀ, ਸਗੋਂ ਸਰਕਾਰ ਨੇ ਪੰਥ ਤੋਂ ਡਰ ਕੇ ਇਹ ਨਜ਼ਰ ਭੇਟਾ ਭੇਜੀ ਹੈ। ਇਸ ਵਿੱਚ ਪੰਥ ਦੀ ਸ਼ਾਨ ਤੇ ਅਜ਼ਮਤ ਹੈ, ਨਰਾਦਰੀ ਜਾਂ ਕਮਜ਼ੋਰੀ ਨਹੀਂ। ਸੋ ਜੋ ਕੁਝ ਭੇਟਾ ਆਈ ਹੈ ਸਭ ਕੁਝ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕਿਸੇ ਸਿੰਘ ਦਾ ਆਵਾਜ਼ਾ ਆਇਆ ਕਿ ਮੁਗਲਾਂ ਨੇ ਆਪਣੀ ਬੇਟੀ ਬਾਦਸ਼ਾਹੀ ਖਾਲਸੇ ਨੂੰ ਦੇਣ ਵਾਸਤੇ ਟਿੱਕਾ ਠਾਕਾ ਪੱਕਾ ਪਕਾਈ ਦਾ ਸ਼ਗਨ ਜਦ ਧੀ ਵਾਲੇ ਮੁੰਡਾ ਮਲਦੇ ਹਨ ਭੇਜਿਆ ਹੈ। ਘਰ ਆਈ ਵਧਾਈ ਕਿਉਂ ਮੋੜਨੀ ਹੈ? ਇਹ ਤਾਂ ਸੰਭਾਲੋ, ਬਾਦਸ਼ਾਹੀ ਲੈਣ ਦਾ ਦਾਅਵਾ ਕਾਇਮ ਰੱਖੋ। ਸੁਬੇਗ ਸਿੰਘ ਨੇ ਫਿਰ ਬੇਨਤੀ ਦੁਹਰਾਈ। ਜਾਗੀਰ ਤਾਂ ਕਬੂਲ ਕਰ ਲਈ, ਪਰ ਨਵਾਬੀ ਤੇ ਖਿਲਤ ਨੂੰ ਕੋਈ ਹੱਥ ਲਾਉਣ ਨੂੰ ਤਿਆਰ ਨਾ ਹੋਵੇ। ਉਹ ਥਾਲ ਜਿਸ ਵਿੱਚ ਨਵਾਬੀ ਦੀ ਸਨਦ, ਰੁਪਏ, ਖਿਲਤ ਅਤੇ ਇੱਕ ਤਲਵਾਰ ਸਜਾਈ ਸੀ, ਜਿਸ ਜਥੇਦਾਰ ਅੱਗੇ ਰੱਖਣ ਉਹ ਪੈਰ ਨਾਲ ਧੱਕ ਕੇ ਆਪਣੇ ਅੱਗੋਂ ਪਰਾਂ ਕਰ ਦੇਵੇ, ਇੰਜ ਹੀ ਦੂਸਰਾ, ਤੀਸਰਾ ਤੇ ਇਹ ਥਾਲ ਇੱਕ ਸਿਰਿਓਂ ਪੈਰਾਂ ਦੀਆਂ ਠੋਕਰਾਂ ਨਾਲ ਧਕੀਂਦਾ ਹੋਇਆ ਆਖਰੀ 32ਵੇਂ ਸਰਦਾਰ ਮੂਹਰੇ ਆ ਗਿਆ। ਉਹ ਕਿਹੜਾ ਦੂਜਿਆਂ ਨਾਲੋਂ ਘੱਟ ਸੀ, ਉਸਨੇ ਵੀ ਪੈਰ ਨਾਲ ਪਰਾਂ ਰੇੜ ਦਿੱਤਾ। ਵਕੀਲ ਨੇ ਫਿਰ ਹੱਥ ਜੋੜੇ ਤੇ ਥਾਲ ਚੁੱਕ ਕੇ ਦੀਵਾਨ ਦਰਬਾਰਾ ਸਿੰਘ ਅੱਗੇ ਲਿਆ ਰੱਖਿਆ, ਪਰ ਇੱਥੇ ਲਾਲਚ ਤੇ ਖੁਦਗਰਜ਼ੀ ਨੂੰ ਕੋਈ ਥਾਂ ਹੀ ਨਹੀਂ ਸੀ। ਪਹਿਲਾਂ ਵਾਂਗ 32 ਸਰਦਾਰਾਂ ਦੇ ਠੁੱਡ ਖਾਂਦਾ ਅੱਧਾ ਘੇਰਾ ਕੱਟ ਕੇ ਸਿਰਿਓਂ ਪਰਾਂ ਚਲਾ ਗਿਆ। ਅਜੀਬ ਨਜ਼ਾਰਾ ਸੀ। ਸੁਬੇਗ ਸਿੰਘ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਖਾਲਸਾ ਪੰਥ ਇਹਨਾਂ ਚੀਜ਼ਾਂ ਤੋਂ ਬਿਲਕੁਲ ਬੇਨਿਆਜ਼ ਤੇ ਬੇਪਰਵਾਹ ਹੈ, ਬੜਾ ਦਿਆਲੂ ਤੇ ਉਦਾਰਤਾ ਭਰਿਆ ਵੀ ਹੈ। ਦਰ ਆਈ ਭੇਟ ਜ਼ਰੂਰ ਪ੍ਰਵਾਨ ਕਰੇ। ਜੇ ਕੋਈ ਮੁਖੀ ਸਿੰਘ ਇਸ ਨੂੰ ਨਹੀਂ ਚੱਲਦਾ ਤਾਂ ਕਿਸੇ ਟਹਿਲ ਵਾਲੇ ਨੂੰ ਦੇ ਛੱਡੋ, ਮੋੜਨਾ ਠੀਕ ਨਹੀਂ। ਸਾਰਿਆਂ ਇਸ ਰਾਏ ਨੂੰ ਪ੍ਰਵਾਨ ਕਰ ਲਿਆ। ਹੁਣ ਟਹਿਲੀਆ ਕਿਹੜਾ ਹੋਵੇ ਜੋ ਇਸ ਨਵਾਬੀ ਦਾ ਝਾਲੂ ਬਣੇ। ਉਸ ਵੇਲੇ ਕਪੂਰ ਸਿੰਘ ਸਜੇ ਹੋਏ ਦੀਵਾਨ ਵਿੱਚ ਪੱਖੇ ਦੀ ਸੇਵਾ ਕਮਾ ਰਿਹਾ ਸੀ। ਸਾਰਿਆਂ ਦੀ ਨਿਗਾਹ ਉਸ ਤੇ ਪਈ। ਜਦ ਉਸ ਨੂੰ ਨਵਾਬੀ ਪ੍ਰਵਾਨ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਬੜੀ ਨਿਮਰਤਾ ਪਰ ਪੂਰੀ ਦ੍ਰਿੜਤਾ ਨਾਲ ਕਿਹਾ, ਸੰਗਤ ਦੀ ਟਹਿਲ ਸੇਵਾ ਤੇ ਪੰਥ ਦਿਆਂ ਘੋੜਿਆਂ ਦੀ ਸੇਵਾ ਤੋਂ ਨਵਾਬੀਆਂ ਥੱਲੇ ਹਨ। ਪੰਥ ਬਖਸ਼ਿਸ਼ ਕਰੇ ਤੇ ਇਹੋ ਸੇਵਾ ਮੇਰੇ ਪਾਸ ਰਹਿਣ ਦੇਵੇ। ਇਸ ਤਰ੍ਹਾਂ ਸੰਗਤ ਦੇ ਫੈਸਲੇ ਨੂੰ ਕਪੂਰ ਸਿੰਘ ਵਿਰਕ ਨੇ ਸਿਰ ਝੁਕਾ ਕੇ ਮੰਨ ਲਿਆ, ਪਰ ਨਾਲ ਹੀ ਬੇਨਤੀ ਕੀਤੀ ਕਿ ਮੇਰੀ ਵੀ ਅਰਦਾਸ ਖਾਲਸਾ ਪੰਥ ਪ੍ਰਵਾਨ ਕਰੇ। ਉਸ ਨੇ ਕਿਹਾ ਕਿ ਇਹ ਨਵਾਬੀ ਮੈਂ ਮੁਗਲ ਸਰਕਾਰ ਤੋਂ ਨਹੀਂ ਲੈਣੀ, ਖਾਲਸਾ ਬਖਸ਼ਿਸ਼ ਕਰੇ। ਜੋ ਖਿਲਤ ਆਈ ਹੈ ਇਹ ਖਾਲਸੇ ਦੇ ਜੋੜਿਆਂ ਨਾਲ ਸੁਹਾ ਕੇ ਪਵਿੱਤਰ ਕਰਕੇ ਫਿਰ ਦਾਸ ਨੂੰ ਦਿੱਤੀ ਜਾਵੇ। ਖਾਲਸਾ ਪੰਥ ਮੈਨੂੰ ਛੋਟ ਦੇਵੇ ਕਿ ਮੁਗਲ ਦੀ ਕਚਹਿਰੀ ਵਿੱਚ ਕਦੀ ਵੀ ਹਾਜ਼ਰੀ ਦੇਣ ਨਹੀਂ ਜਾਵਾਂਗਾ, ਨਾ ਹੀ ਮੈਂ ਉਹਨਾਂ ਦੀ ਕੋਈ ਰਸਮ ਮੰਨਾਂਗਾ ਤੇ ਨਾ ਹੀ ਕੋਈ ਨਜ਼ਰ ਨਿਆਜ਼ ਭੇਜਾਂਗਾ। ਕਿਸੇ ਬਾਹਰਲੇ ਦੁਸ਼ਮਣ ਦੇ ਟਾਕਰੇ ਵੇਲੇ ਜੇ ਮੁਗਲਾਂ ਸਹਾਇਤਾ ਮੰਗੀ ਤਾਂ ਮੈਂ ਕਿਸੇ ਤੁਰਕ ਅਫਸਰ ਜਾਂ ਫੌਜਦਾਰ ਦੀ ਕਮਾਨ ਥੱਲੇ ਨਹੀਂ ਲੜਾਂਗਾ, ਬਲਕਿ ਖਾਲਸਾ ਪੰਥ ਦੇ ਸੂਰਬੀਰ ਇੱਕ ਆਜ਼ਾਦ ਸਹਾਇਕ ਵਾਂਗ ਦੁਸ਼ਮਣ ਦੇ ਟਾਕਰੇ ਤੇ ਨਿਤਰਨਗੇ ਅਤੇ ਕਮਾਨ ਮੇਰੀ ਜਾਂ ਕਿਸੇ ਹੋਰ ਸਿੰਘ ਸਰਦਾਰ ਦੀ ਹੋਵੇਗੀ। ਜਿਹੜੇ ਦੁਸ਼ਮਣ ਨੂੰ ਅਸੀਂ ਚਿੱਤ ਕਰਾਂਗੇ ਉਸ ਦੇ ਹਥਿਆਰ, ਘੋੜਿਆਂ ਤੇ ਮਾਲ ਅਸਬਾਬ ਤੇ ਸਾਡਾ ਹੱਕ ਹੋਵੇਗਾ। ਉਸ ਵਿੱਚੋਂ ਅਸੀਂ ਤੁਰਕਾਂ ਨੂੰ ਇੱਕ ਸੂਈ ਤੀਕ ਵੀ ਨਹੀਂ ਦੇਵਾਂਗੇ, ਉਹ ਸਭ ਕੁਝ ਪੰਥ ਦਾ ਹੋਵੇਗਾ। ਕਪੂਰ ਸਿੰਘ ਦੀਆਂ ਇਹ ਮੰਗਾਂ ਸੁਣ ਕੇ ਸਾਰੇ ਵਾਹ ਵਾਹ ਕਰ ਉੱਠੇ। ਧੰਨ ਸਿੱਖੀ ਸਿਦਕ ਤੇ ਅਣਖ। ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ। ਵਕੀਲ ਨੇ ਵੀ ਮੰਨ ਲਿਆ ਕਿ ਸਰਕਾਰ ਨੂੰ ਇਹਨਾਂ ਸ਼ਰਤਾਂ ਤੇ ਕੋਈ ਇਤਰਾਜ਼ ਨਹੀਂ ਹੋਵੇਗਾ, ਸਭ ਮਨਜ਼ੂਰ ਹਨ। ਉਸ ਨੇ ਖਾਲਸੇ ਦਾ ਧੰਨਵਾਦ ਕੀਤਾ ਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਖਾਲਸੇ ਨੇ ਸਰਕਾਰ ਦੀ ਭੇਟਾ ਪ੍ਰਵਾਨ ਕਰਕੇ ਉਸ ਦੀ ਵੀ ਰੱਖ ਲਈ। ਉਹ ਬੜੀ ਖੁਸ਼ੀ ਲਾਹੌਰ ਨੂੰ ਵਾਪਸ ਮੁੜਿਆ। ਸਰਦਾਰ ਕਪੂਰ ਸਿੰਘ ਨੇ ਖਾਲਸਾ ਪੰਥ ਦੇ ਕਹੇ ਤੇ ਨਵਾਬੀ ਦਾ ਖਿਤਾਬ ਪ੍ਰਵਾਨ ਕੀਤਾ ਸੀ। ਇਸ ਲਈ ਇਸ ਦਿਨ ਤੋਂ ਉਸ ਨੂੰ ਨਵਾਬ ਕਪੂਰ ਸਿੰਘ ਕਹਿ ਕੇ ਬੁਲਾਇਆ ਜਾਣ ਲੱਗਾ। ਪਰ ਸੰਗਤ ਵਿੱਚ ਪੱਖੇ ਤੇ ਪੰਥ ਦੇ ਘੋੜਿਆਂ ਦੀ ਟਹਿਲ
ਉਸ ਨੇ ਪਹਿਲਾਂ ਵਾਂਗ ਹੀ ਜਾਰੀ ਰੱਖੀ। ਹਵਾਲਾ ਭੂਰਿਆਂ ਵਾਲੇ ਰਾਜੇ ਕੀਤੇ। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।